Students, today we are going to discuss reading passage The Rise of the Agribots. 14th question is governments should do more to ensure that food is generally affordable कि गवर्नमेंट है ਜਿਹੜੀ ਉਹਨੂੰ ਹੋਰ ਜ਼ਿਆਦਾ ਸਟੈਪਸ ਚੱਕਣੇ ਚਾਹੀਦੇ ਨੇ ਇਹ ਇਨਸ਼ੋਰ ਕਰਨ ਲਈ ਕਿ ਫੂਡ ਅਫੋਰਡੇਬਲ ਹੋਵੇ ਐਕਸਪੈਂਸਿਵ ਨਾ ਹੋਵੇ ਬਟ ਐਵੇਂ ਦੀ ਲੋਕੇਸ਼ਨ ਆਪਾਂ ਨੂੰ ਕਿਤੇ ਵੀ ਇਨਫੋਰਮੇਸ਼ਨ ਵੀ ਨਹੀਂ ਮਿਲਦੀ ਪੈਰਾਗ੍ਰਾਫ ਵਿੱਚ ਸੋ 14th ਆਨਸਰ ਹੈ ਨੋਟ ਗਿਵਨ 15th फार्मर्स नीड टू रिड्यूस द हार्म दे डू टू द इन्वायरमेंट कि जो फार्मर्स हार्म करते हैं इन्वायरमेंट ਨੂੰ ਉਹ ਉਹਨਾਂ ਨੂੰ ਰਿਡਿਊਸ ਕਰਨਾ ਚਾਹੀਦਾ ਹੈ ਆਨਸਰ ਹੈ ਯੈਸ ਲੋਕੇਸ਼ਨ ਹੈ ਫਸਟ ਪੈਰਾਗ੍ਰਾਫ Yet while farmers must squeeze more out of the land, they must also address the necessity of reducing their impact on the soil, waterways and atmosphere कि farmers है ਜਿਹੜੇ ਕਿ ਉਹ ਬਹੁਤ ਨਿਚੋੜ ਰਹੇ ਹੈ ਜ਼ਮੀਨ ਨੂੰ ਕਿ ਉਹਦੇ ਤੋਂ ਜ਼ਿਆਦਾ ਪ੍ਰੋਡਿਊਸ ਕੀਤਾ ਜਾ ਸਕੇ ਤਾਂ ਉਹਨਾਂ ਨੂੰ ਇਹ ਚੀਜ਼ ਨੂੰ ਵੀ ਧਿਆਨ 'ਚ ਰੱਖਣਾ ਚਾਹੀਦਾ ਹੈ ਕਿ ਜੋ ਇੰਪੈਕਟ ਪੈ ਰਿਹਾ ਸੋਇਲ 'ਤੇ ਵਾਟਰਵੇ ਐਂਡ ਐਟਮੋਸਫੇਅਰ 'ਤੇ ਉਹਨੂੰ ਰਿਡਿਊਸ ਕੀਤਾ ਜਾਵੇ ਦੇ ਮਸਟ ਮੀਨਸ ਦੇ ਨੀਡ ਟੂ ਕੁਐਸਚਨਸ ਕਿਹਾ ਗਿਆ ਹੈ ਦੇ ਨੀਡ ਟੂ ਐਂਡ ਪੈਸੇਜ ਵਿੱਚ ਕਿਹਾ ਗਿਆ ਦੇ ਮਸਟ ਕਿ ਉਹਨਾਂ ਨੂੰ ਲੋੜ ਹੈ ਕਿ ਉਹ ਇਨਵਾਇਰਮੈਂਟ ਨੂੰ ਧਿਆਨ 'ਚ ਰੱਖਣ ਇਨਵਾਇਰਮੈਂਟ ਇਜ਼ ਸੋਇਲ ਵਾਟਰਵੇਜ਼ ਐਂਡ ਐਟਮੋਸਫੇਅਰ 16th question in the future farmers are likely to increase their dependency on chemicals कि फ्यूचर ਵਿੱਚ ਫਾਰਮਰਸ ਹੈ ਜਿਹੜੀ ਉਹਨਾਂ ਦੀ ਡਿਪੈਂਡੈਂਸੀ ਹੈ ਕੈਮੀਕਲਸ ਉੱਪਰ ਇਨਕਰੀਜ਼ ਹੋ ਜਾਊਗੀ ਇਸ ਦੀ ਸੰਭਾਵਨਾ ਹੈ ਲਾਈਕਲੀ ਮੀਨਸ ਇਹ ਚੀਜ਼ ਦੀ ਪੋਸੀਬਿਲਿਟੀ ਹੈ ਕਿ ਕੈਮੀਕਲਸ ਇਨਕਰੀਜ਼ ਹੋ ਸਕਦੇ ਆ ਆਨਸਰ ਇਜ਼ ਨੋ ਲੋਕੇਸ਼ਨ ਫਸਟ ਪੈਰਾਗ੍ਰਾਫ ਔਨ ਦ ਨਿਊ ਮਾਡਲ ਫਾਰਮਸ ਆਫ ਦ ਫਿਊਚਰ ਪ੍ਰੀਸੀਜ਼ਨ ਵਿਲ ਬੀ ਕੀ ਕਿ ਜਿਹੜੇ ਫਿਊਚਰ ਦੇ ਨਵੇਂ ਮਾਡਲ ਫਾਰਮਸ ਆ ਰਹੇ ਹੈ ਉਹਨਾਂ ਦੀ ਕੀ ਹੋਊਗੀ ਮਤਲਬ ਉਹਨਾਂ ਦਾ ਸੈਂਟਰ ਆਫ ਅਟਰੈਕਸ਼ਨ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਇੰਪੋਰਟੈਂਟ ਚੀਜ਼ ਉਹਨਾਂ ਵਿੱਚ ਕੀ ਹੋਊਗੀ ਪ੍ਰੀਸੀਜ਼ਨ ਹੋਊਗੀ ਵਾਈ ਡਜ਼ ਅ ਹੋਲ ਫੀਲਡ ਵਿਦ ਕੈਮੀਕਲਸ ਇਫ ਯੂ ਕੈਨ ਸਪਰੇ ਓਨਲੀ ਵੇਅਰ ਦੇ ਆਰ ਨੀਡਿਡ ਕਿ ਪੂਰੇ ਫਾਰਮ ਵਿੱਚ ਆਪਾਂ ਕਿਉਂ ਕੈਮੀਕਲਸ ਨੂੰ ਛਿੜਕੀਏ ਜੇ ਇਕੱਲਾ ਆਪਾਂ ਨੂੰ ਜਿੱਥੇ ਲੋੜ ਹੈ ਉੱਥੇ ਸਪਰੇ ਕਰਨ ਨਾਲ ਹੀ ਵਧੀਆ ਆਪਾਂ ਨੂੰ ਮਿਲਦੀ ਹੈ ਯੀਲਡ ਨੈਕਸਟ ਦੇਖੋ ਅੱਗੇ ਲਿਖਿਆ ਹੋਇਆ ਈਚ ਪਲਾਂਟ ਕੁਡ ਗੈਟ ਐਗਜ਼ੈਕਟਲੀ ਦ ਰਾਈਟ ਅਮਾਊਂਟ ਆਫ ਐਵਰੀਥਿੰਗ ਕਿ ਪ੍ਰੀਸੀਜ਼ਨ ਦੇ ਵਿੱਚ ਕੀ ਹੋਊਗਾ ਕਿ ਹਰ ਪਲਾਂਟ ਹੈ ਜਿਹੜਾ ਉਹਨੂੰ ਰਾਈਟ ਅਮਾਊਂਟ ਜਿੰਨੀ ਅਮਾਊਂਟ ਚਾਹੀਦੀ ਹੈ ਕੈਮੀਕਲਸ ਦੀ ਉਨੀ ਹੀ ਮਿਲੂਗੀ ਕੋਈ ਜ਼ਿਆਦਾ ਜਾਂ ਘੱਟ ਨਹੀਂ ਮਿਲੂਗੀ ਅਤੇ ਇਹ ਅਪਰੋਚ ਨਾਲ ਕੀ ਹੋਊਗਾ ਆਪਾਂ ਕੈਮੀਕਲਸ ਦਾ ਨੂੰ ਰਿਡਿਊਸ ਕਰ ਦਾਂਗੇ ਅਤੇ ਯੀਲਡ ਇੰਪਰੂਵ ਹੋ ਜੂਗੀ ਇੱਕ ਸਟੈਪ ਵਿੱਚ ਹੀ ਕੈਮੀਕਲਸ ਦਾ ਯੂਜ਼ ਵੀ ਘਟੂਗਾ ਅਤੇ ਯੀਲਡ ਵੀ ਇਨਕਰੀਜ਼ ਹੋਗੀ ਮਤਲਬ ਫਿਊਚਰ ਲਈ ਕੀ ਪਲਾਨ ਹੈ ਕਿ ਕੈਮੀਕਲਸ 'ਤੇ ਡਿਪੈਂਡੈਂਸੀ ਹੈ ਜੋ ਫਾਰਮਰਸ ਦੀ ਉਹ ਘਟੂਗੀ ਸਲੈਸ਼ ਕੈਮੀਕਲਸ ਮੀਨਸ ਕੈਮੀਕਲਸ ਨੂੰ ਰਿਡਿਊਸ ਕੀਤਾ ਜਾਊਗਾ ਸੋ ਆਨਸਰ ਕੰਟਰਾਡਿਕਟ ਕਰ ਗਿਆ ਆਪਣਾ ਕੁਐਸਚਨ ਦੀ ਇਨਫੋਰਮੇਸ਼ਨ ਦੇ ਨਾਲ ਸੋ ਆਨਸਰ ਇਜ਼ ਨੋ Next question farms in Europe and the US may find it hard to adapt to precision farming कि जो यूरोप एंड US ਦੇ ਫਾਰਮਸ ਹੈ ਉਹਨਾਂ ਲਈ ਮੁਸ਼ਕਿਲ ਹੈ ਪ੍ਰੀਸੀਜ਼ਨ ਫਾਰਮਿੰਗ ਨੂੰ ਅਡੈਪਟ ਕਰਨਾ ਅਪਣਾਉਣਾ ਬਟ ਐਵੇਂ ਦੀ ਇਨਫੋਰਮੇਸ਼ਨ ਆਪਾਂ ਨੂੰ ਪੈਰਾਗ੍ਰਾਫ ਵਿੱਚ ਕਿਤੇ ਵੀ ਨਹੀਂ ਮਿਲਦੀ ਸੋ ਆਨਸਰ ਨੋਟ ਗਿਵਨ 18th ਦੇਖੋ ਇਨ ਦ ਫਿਊਚਰ ਐਗਰੀਬੋਟਸ ਵਿਲ ਪ੍ਰੋਵਾਈਡ ਡੈਸ਼ ਟੂ ਯੰਗ ਪਲਾਂਟਸ ਨੂੰ ਐਗਰੀਬੋਟਸ ਕੀ ਪ੍ਰੋਵਾਈਡ ਕਰਨਗੇ ਆਨਸਰ ਇਜ਼ fertilizer location second paragraph beginning to ਵੇਖੋ one day we might see field with agribots that can identify individual seedlings ਮਤਲਬ ਜਿਹੜੇ ਪਲਾਂਟਸ ਜਰਮੀਨੇਟ ਹੋ ਰਹੇ ਹੁੰਦੇ ਨੇ ਸੀਡਸ ਦੇ ਵਿੱਚੋਂ ਮਤਲਬ ਯੰਗ ਪਲਾਂਟਸ ਐਂਡ ਇਨਕਰੇਜ ਦੈਮ ਅਲੋਂਗ ਵਿਦ ਡ੍ਰੌਪਸ ਆਫ ਫਰਟੀਲਾਈਜ਼ਰ ਅਤੇ ਉਹਨਾਂ ਸੀਡਲਿੰਗਸ ਨੂੰ ਯੰਗ ਪਲਾਂਟਸ ਨੂੰ ਇਨਕਰੇਜ ਕਰੂਗੀ ਬੂਸਟ ਕਰੂਗੀ ਗਰੋ ਕਰਨ ਵਿੱਚ ਹੈਲਪ ਕਰੂਗੀ ਫਰਟੀਲਾਈਜ਼ਰ ਦੇ ਡ੍ਰੌਪਸ ਦੇ ਕੇ ਸੋ ਐਗਰੀਬੋਟਸ ਕੀ ਕਰਨਗੇ ਐਗਰੀਕਲਚਰ ਵਿੱਚ ਸੀਡਲਿੰਗਸ ਨੂੰ ਪਹਿਚਾਨਣਗੇ ਯੰਗ ਪਲਾਂਟਸ ਨੂੰ ਪਹਿਚਾਨਣਗੇ ਅਤੇ ਉਹਨਾਂ ਨੂੰ ਕੀ ਪ੍ਰੋਵਾਈਡ ਕਰਵਾਉਣਗੇ ਫਰਟੀਲਾਈਜ਼ਰਸ ਨੈਕਸਟ 19th some machines will use chemicals or dash to get rid of unwanted plants ਕਿ ਕੁਛ ਮਸ਼ੀਨਸ ਹੈ ਜਿਹੜੀਆਂ ਉਹ ਕੈਮੀਕਲਸ ਯੂਜ਼ ਕਰਨਗੀਆਂ ਅਤੇ ਇੱਕ ਚੀਜ਼ ਹੋਰ ਕੀ ਯੂਜ਼ ਕਰਨਗੀਆਂ ਤਾਂ ਕਿ ਅਨਵਾਂਟਡ ਪਲਾਂਟ ਮੀਨਸ ਵੀਡਸ ਨੂੰ ਖਤਮ ਕੀਤਾ ਜਾ ਸਕੇ ਆਨਸਰ ਹੈ ਲੇਜ਼ਰਸ ਲੋਕੇਸ਼ਨ ਸੈਕਿੰਡ ਪੈਰਾਗ੍ਰਾਫ
ਅਦਰ ਮਸ਼ੀਨਸ ਵੁੱਡ ਡਿਸਟਿੰਗੁਇਸ਼ ਪ੍ਰੋਬਲਮ ਵੀਡਸ ਫਰੋਮ ਕ੍ਰੌਪਸ। ਬਾਕੀ ਦੀਆਂ ਮਸ਼ੀਨਸ ਕੀ ਕਰਨਗੀਆਂ, ਵੀਡਸ ਨੂੰ ਕ੍ਰੌਪ ਤੋਂ ਡਿਫਰੈਂਸ਼ੀਏਟ ਕਰਨਗੀਆਂ ਐਂਡ ਇਲੀਮੀਨੇਟ ਦੈਮ, ਅਤੇ ਉਹਨਾਂ ਨੂੰ ਖਤਮ ਕਰ ਦੇਣਗੀਆਂ ਵਿਦ ਸ਼ਾਟਸ ਫਰੋਮ ਹਾਈ ਪਾਵਰ ਲੇਜ਼ਰਸ, ਜਾਂ ਤਾਂ ਲੇਜ਼ਰਸ ਦੇ ਥਰੂ ਜਾਂ ਫਿਰ ਪੈਸਟੀਸਾਈਡਸ ਦੇ ਥਰੂ। ਸੋ ਪੈਸਟੀਸਾਈਡ ਮਤਲਬ ਕੈਮੀਕਲ ਆਪਾਂ ਨੂੰ ਕੁਐਸਚਨ 'ਚ ਪਹਿਲਾਂ ਤੋਂ ਹੀ ਦਿੱਤਾ ਹੋਇਆ, ਤਾਂ ਆਪਣਾ ਆਨਸਰ ਹੈ ਲੇਜ਼ਰਸ। ਨੈਕਸਟ 20th ਦੇਖੋ, ਇਟ ਇਜ਼ ਦ ਪ੍ਰੋਡਕਸ਼ਨ ਆਫ ਡੈਸ਼ ਵਿਚ ਕਰੰਟਲੀ ਯੂਜ਼ਸ ਮੋਸਟ ਮਸ਼ੀਨਰੀ ਔਨ ਫਾਰਮਸ। ਕਿ ਅੱਜ ਕੱਲ੍ਹ ਸਾਰਿਆਂ ਤੋਂ ਜ਼ਿਆਦਾ ਮਸ਼ੀਨਰੀ ਫਾਰਮਸ ਵਿੱਚ ਯੂਜ਼ ਹੁੰਦੀ ਹੈ, ਕਿਹੜੀ ਚੀਜ਼ ਦੀ ਪ੍ਰੋਡਕਸ਼ਨ ਲਈ ਯੂਜ਼ ਹੁੰਦੀ ਹੈ? ਆਨਸਰ ਹੈ ਸੀਰੀਅਲਸ। ਸੇਮ ਪੈਰਾਗ੍ਰਾਫ ਸੈਕਿੰਡ ਬਿਲਕੁਲ ਲਾਸਟ 'ਤੇ, ਵਿਦ ਫਾਰਮਰਸ ਦੈਟ ਗਰੋ ਸੀਰੀਅਲਸ ਬੀਇੰਗ ਦ ਮੋਸਟ ਹੈਵੀਲੀ ਆਟੋਮੇਟਿਡ। ਕਿ ਫਾਰਮਸ ਜਿਹਦੇ ਵਿੱਚ ਸੀਰੀਅਲਸ ਉਗਾਈ ਜਾਂਦੀ ਹੈ ਉਹ ਜ਼ਿਆਦਾ ਆਟੋਮੇਟਿਡ ਹੈ, ਮਤਲਬ ਉਹਨਾਂ ਫਾਰਮਸ ਵਿੱਚ ਜ਼ਿਆਦਾ ਮਸ਼ੀਨਸ ਦਾ ਯੂਜ਼ ਹੁੰਦਾ ਹੈ ਜਿਹੜੇ ਸੀਰੀਅਲਸ ਪ੍ਰੋਡਿਊਸ ਕਰਦੇ ਹੈ। ਨੈਕਸਟ 21st, ਡੈਸ਼ ਬਿਟਵੀਨ ਮਸ਼ੀਨਸ ਸਚ ਐਸ ਟਰੈਕਟਰਸ ਇਜ਼ ਮੇਕਿੰਗ ਫਾਰਮਿੰਗ ਮੋਰ ਐਫੀਸ਼ੀਐਂਟ। ਕਿ ਮਸ਼ੀਨਸ ਦੇ ਵਿੱਚ ਕਿਹੜੀ ਚੀਜ਼ ਹੁੰਦੀ ਹੈ ਜਿਵੇਂ ਕਿ ਟਰੈਕਟਰਸ ਦੇ ਵਿੱਚ ਹੁੰਦੀ ਹੈ, ਉਹ ਫਾਰਮਿੰਗ ਨੂੰ ਜ਼ਿਆਦਾ ਐਫੀਸ਼ੀਐਂਟ ਬਣਾ ਰਹੀ ਹੈ। ਆਨਸਰ ਇਜ਼ ਕਮਿਊਨੀਕੇਸ਼ਨ। ਥਰਡ ਪੈਰਾਗ੍ਰਾਫ ਵਿੱਚ ਗੱਲ ਕੀਤੀ ਗਈ ਹੈ ਕਿ ਜੋ ਟਰੈਕਟਰਸ ਹੈ ਉਹ ਕੀ ਹੈ, ਆਪਦੇ ਅਦਰ ਇਕਵਿਪਮੈਂਟਸ ਨਾਲ ਟਾਕ ਕਰਦੇ ਆ। ਮੈਨੀ ਆਰ ਸੈਲਫ ਸਟੀਅਰਿੰਗ, ਬਹੁਤ ਸਾਰੇ ਟਰੈਕਟਰ ਸੈਲਫ ਸਟੀਅਰਿੰਗ ਹੈ, GPS ਯੂਜ਼ ਕਰਦੇ ਆ ਫੀਲਡ ਨੂੰ ਕ੍ਰੋਸ ਕਰਨ ਲਈ, ਅਤੇ ਆਪਦੇ ਇੰਪਲੀਮੈਂਟਸ ਨਾਲ ਟਾਕ ਕਰਦੇ ਜਿਵੇਂ ਕਿ ਪਲੋ, ਸਪਰੇਅਰ ਨਾਲ ਟਾਕ ਕਰਦੇ ਹੈ। ਦਿਸ ਕਾਈਂਡ ਆਫ ਕਮਿਊਨੀਕੇਸ਼ਨ ਇਜ਼ ਆਲਸੋ ਬੀਇੰਗ ਡਿਵੈਲਪਡ ਇਨ ਅਦਰ ਫਾਰਮ ਵਹੀਕਲਸ। ਮਤਲਬ ਕਿ ਇਵੇਂ ਦੀ ਕਮਿਊਨੀਕੇਸ਼ਨ ਹੋਰ ਫਾਰਮ ਵਹੀਕਲਸ ਵਿੱਚ ਵੀ ਡਿਵੈਲਪ ਹੋ ਰਹੀ ਹੈ। ਮਤਲਬ ਹੁਣ ਜੋ ਟਰੈਕਟਰ ਦੀ ਆਪਣੇ ਇੰਪਲੀਮੈਂਟਸ ਨਾਲ ਟਾਕ ਹੁੰਦੀ ਹੈ ਉਹਨੂੰ ਆਪਾਂ ਕੀ ਕਹਾਂਗੇ ਕਿ ਉਹਨਾਂ ਵਿੱਚ ਕਮਿਊਨੀਕੇਸ਼ਨ ਹੁੰਦੀ ਹੈ। ਸੋ ਆਨਸਰ ਇਜ਼ ਕਮਿਊਨੀਕੇਸ਼ਨ। ਮਸ਼ੀਨਸ ਵਿੱਚ ਕੀ ਹੁੰਦੀ ਹੈ, ਕਮਿਊਨੀਕੇਸ਼ਨ ਹੁੰਦੀ ਹੈ ਜੋ ਫਾਰਮਿੰਗ ਨੂੰ ਜ਼ਿਆਦਾ ਐਫੀਸ਼ੀਐਂਟ ਬਣਾਉਂਦੇ ਹੈ। ਨੈਕਸਟ 22nd ਕੁਐਸਚਨ, ਆਨਸਰ ਇਜ਼ ਸੀ, ਵੀ ਨੀਡ ਮਸ਼ੀਨਸ ਆਫ ਦ ਫਿਊਚਰ ਟੂ ਬੀ ਐਗਜ਼ੈਕਟ ਨਾਟ ਮੋਰ ਪਾਵਰਫੁਲ। ਇਹ ਹੁਣ ਇਹਨਾਂ ਰਿਸਰਚਰ ਨੇ, ਸਾਈਮਨ ਨੇ ਕਿਹਾ ਹੈ ਕਿ ਆਪਾਂ ਨੂੰ ਮਸ਼ੀਨਸ ਦੀ ਲੋੜ ਹੈ ਐਵੇਂ ਦਿਆਂ ਦੀ ਜੋ ਐਗਜ਼ੈਕਟ ਹੋਣ, ਮਤਲਬ ਪ੍ਰੀਸਾਈਜ਼ ਹੋਣ, ਨਾ ਕਿ ਪਾਵਰਫੁਲ ਹੋਣ। ਮਤਲਬ ਬਰੂਟ ਫੋਰਸ ਨਹੀਂ ਹੋਣੀ ਚਾਹੀਦੀ, ਬਰੂਟਲ ਫੋਰਸ ਨਹੀਂ ਹੋਣੀ ਚਾਹੀਦੀ, ਪ੍ਰੀਸੀਜ਼ਨ ਹੋਣੀ ਚਾਹੀਦੀ ਹੈ। ਲੋਕੇਸ਼ਨ 4th ਪੈਰਾਗ੍ਰਾਫ 6th ਲਾਈਨ, ਸਾਈਮਨ ਬਲੈਕਮੋਰ ਇੱਕ ਰਿਸਰਚਰਸ ਨੇ ਐਗਰੀਕਲਚਰ ਟੈਕਨੋਲੋਜੀ ਦੇ, ਜਿਨ੍ਹਾਂ ਨੇ ਐਗਰੀਕਲਚਰਲ ਟੈਕਨੋਲੋਜੀ ਨੂੰ ਬਾਰੇ ਰਿਸਰਚ ਕੀਤੀ। ਨੈਕਸਟ ਦੇਖੋ ਅੱਗੇ ਉਹਨਾਂ ਦੀ ਸਾਰੀ ਇਨਫੋਰਮੇਸ਼ਨ ਦਿੱਤੀ ਹੋਈ ਹੈ, ਡਿਟੇਲ ਦਿੱਤੀ ਹੋਈ ਹੈ। ਐਂਡ ਦੈਟ ਰਿਪਲੇਸਿੰਗ ਬਰੂਟ ਫੋਰਸ ਵਿਦ ਪ੍ਰੀਸੀਜ਼ਨ ਇਜ਼ ਕੀ। ਤੇ ਉਹਨਾਂ ਨੇ ਕੀ ਕਿਹਾ ਹੈ ਕਿ ਜੋ ਫਾਰਮ ਵਿੱਚ, ਫੀਲਡ ਵਿੱਚ ਪ੍ਰੋਬਲਮਸ ਆ ਰਹੀਆਂ ਨੇ, ਉਸ ਪ੍ਰੋਬਲਮ ਨੂੰ ਸੋਲਵ ਕਰਨ ਦਾ ਇੱਕੋ ਇੱਕ ਰਸਤਾ ਕੀ ਹੈ ਕਿ ਆਪਾਂ ਬਰੂਟ ਫੋਰਸ ਨੂੰ ਪ੍ਰੀਸੀਜ਼ਨ ਨਾਲ ਰਿਪਲੇਸ ਕਰੀਏ। ਮਤਲਬ ਫਿਊਚਰ 'ਚ ਪ੍ਰੀਸੀਜ਼ਨ ਇੰਪੋਰਟੈਂਟ ਹੈ, ਨਾ ਕਿ ਬਰੂਟ ਫੋਰਸ। ਸੋ ਇਨਫੋਰਮੇਸ਼ਨ ਜਿਹੜੇ ਰਿਸਰਚਰ ਨਾਲ ਮੈਚ ਕੀਤੀ ਆਪਾਂ ਉਹਨਾਂ ਦਾ ਆਨਸਰ ਲਿਖਾਂਗੇ। ਸੋ ਸਾਈਮਨ ਬਲੈਕਮੋਰ ਨਾਲ ਇਨਫੋਰਮੇਸ਼ਨ ਮੈਚ ਕਰ ਗਈ ਹੈ, ਸੀ ਪੁਆਇੰਟ ਦੀ ਇਨਫੋਰਮੇਸ਼ਨ ਮੈਚ ਕੀਤੀ ਹੈ। ਨੈਕਸਟ ਐਲਬਰਟ, ਆਨਸਰ ਹੈ ਐਫ, ਦੇਅਰ ਇਜ਼ ਅ ਸ਼ਾਰਟੇਜ ਆਫ ਇੰਪਲੋਈਜ਼ ਇਨ ਦ ਫਾਰਮਿੰਗ ਇੰਡਸਟਰੀ। ਐਲਡਰਟ ਨੇ ਕਿਹਾ ਕਿ ਜੋ ਐਗਰੀਕਲਚਰਲ ਇੰਡਸਟਰੀ ਹੈ ਉਹਦੇ ਵਿੱਚ ਇੰਪਲੋਈਜ਼ ਦੀ ਕਮੀ ਹੈ। ਸੇਮ ਪੈਰਾਗ੍ਰਾਫ ਜੋ ਆਪਾਂ ਪਹਿਲਾਂ ਡਿਸਕਸ ਕਰਕੇ ਗਏ ਹਾਂ ਉਹਦੇ ਵਿੱਚ ਆਪਾਂ ਨੂੰ ਲਾਸਟ 4th 5th ਲਾਈਨ ਵਿੱਚ ਐਲਡਰਟ ਦਾ ਨਾਮ ਮਿਲਦਾ ਹੈ। ਅੱਗੇ ਉਹਨਾਂ ਦੀ ਕੀ ਸਟੇਟਮੈਂਟ ਹੈ, ਵਾਈਲ ਦ ਪੋਪੂਲੇਸ਼ਨ ਇਜ਼ ਗਰੋਇੰਗ ਐਂਡ ਨੀਡ ਟੂ ਬੀ ਫੈਡ। ਕਿ ਪੋਪੂਲੇਸ਼ਨ ਗਰੋ ਹੋ ਰਹੀ ਹੈ ਅਤੇ ਆਪਾਂ ਨੂੰ ਜ਼ਰੂਰਤ ਹੈ ਕਿ ਉਹਨੂੰ ਫੀਡ ਕੀਤਾ ਜਾਵੇ, ਉਹਨਾਂ ਨੂੰ ਖਾਣਾ ਮਿਲੇ। ਰੈਪਿਡਲੀ ਸ਼ਰਿੰਕਿੰਗ ਨੰਬਰ ਆਫ ਪੀਪਲ ਆਰ ਵਿਲਿੰਗ ਟੂ ਵਰਕ ਇਨ ਐਗਰੀਕਲਚਰ। ਪਰ ਜੋ ਲੇਬਰ ਵਰਕ ਕਰਨਾ ਚਾਹੁੰਦੀ ਸੀ ਐਗਰੀਕਲਚਰ ਵਿੱਚ, ਉਹਨਾਂ ਦਾ ਨੰਬਰ ਸ਼ਰਿੰਕ ਹੋ ਰਿਹਾ। ਮਤਲਬ ਕਿ ਇੰਪਲੋਈਜ਼ ਜੋ ਫੀਲਡ ਵਿੱਚ ਵਰਕ ਕਰਦੇ ਉਹਨਾਂ ਦਾ ਨੰਬਰ ਘੱਟ ਰਿਹਾ ਹੈ, ਅਤੇ ਇਹ ਸਟੇਟਮੈਂਟ ਦਿੱਤੀ ਹੈ ਐਲਡਰਟ ਨੇ। ਨੈਕਸਟ 24, ਲਿੰਡਾ ਕੈਲਵਿਨ ਐਂਡ ਫਿਲਿਪ ਮਾਰਟਿਨ। ਆਨਸਰ ਹੈ ਐਚ, ਇਕੋਨੋਮਿਕ ਫੈਕਟਰ ਆਰ ਆਫਨ ਦ ਡਰਾਈਵਿੰਗ ਫੋਰਸ ਬਿਹਾਈਂਡ ਦ ਡਿਵੈਲਪਮੈਂਟ ਆਫ ਮਸ਼ੀਨਰੀ। ਕਿ ਇਕੋਨੋਮਿਕ ਫੈਕਟਰ ਹੈ ਜਿਹੜੇ ਉਹ ਉਹਨਾਂ ਕਰਕੇ ਮਸ਼ੀਨਰੀ ਡਿਵੈਲਪ ਹੁੰਦੀ ਹੈ। ਸੇਮ ਪੈਰਾਗ੍ਰਾਫ ਵਿੱਚ ਆਪਾਂ ਨੂੰ ਲੋਕੇਸ਼ਨ ਮਿਲਦੀ ਹੈ, ਕੈਲਵਿਨ ਐਂਡ ਮਾਰਟਿਨ ਹੈਵ ਓਬਜ਼ਰਵਡ ਹਾਊ ਰਾਈਜ਼ਿੰਗ ਇੰਪਲੋਇਮੈਂਟ ਕੋਸਟ ਹੈਵ ਲੈਡ ਟੂ ਦ ਅਡੋਪਸ਼ਨ ਆਫ ਲੇਬਰ ਸੇਵਿੰਗ ਫਾਰਮ ਟੈਕਨੋਲੋਜੀ ਇਨ ਦ ਪਾਸਟ। ਕਿ ਕੈਲਵਿਨ ਐਂਡ ਮਾਰਟਿਨ ਨੇ ਇਹ ਓਬਜ਼ਰਵ ਕੀਤਾ ਕਿ ਜੋ ਇੰਪਲੋਇਮੈਂਟ ਕੋਸਟ ਵੱਧ ਰਹੀ ਹੈ, ਇਕੋਨੋਮਿਕ ਫੈਕਟਰ ਵੱਧ ਰਿਹਾ ਹੈ, ਉਹਦੇ ਕਰਕੇ ਲੇਬਰ ਸੇਵਿੰਗ ਫਾਰਮ ਟੈਕਨੋਲੋਜੀ ਯੂਜ਼ ਕੀਤੀ ਗਈ ਹੈ ਪਾਸਟ ਵਿੱਚ। ਕਿ ਟੈਕਨੋਲੋਜੀ ਅਡੋਪਟ ਕਿਉਂ ਕੀਤੀ ਜਾਂਦੀ ਹੈ ਜਦੋਂ ਇੰਪਲੋਇਮੈਂਟ ਦੀ ਕੋਸਟ ਵੱਧ ਜਾਂਦੀ ਹੈ।
कि इकोनॉमिक फैक्टर करके मशीनरी अडोप्ट की जाती है। नैक्सट 25th लुइस हॉलोए। आंसर ए, द यूज़ ऑफ ऑटोमेशन माइट इंपैक्ट ऑन द डिवेलपमेंट ऑफ पर्टिकुलर एनिमल एंड प्लांट स्पीसीज़। कि जे आप ऑटोमेशन का यूज़ करते हैं ज़्यादा तो वह इंपैक्ट की पैंदा है कि एनिमल तो प्लांट स्पीसीज़ की डिवेलपमेंट है जी डिफरेंट वे नाल होगी। सो लोकेशन है लास्ट पैराग्राफ विच लिखिया है लुइस हॉलोए जिन्होंने ने स्टडी किया है एग्रीकल्चर नूं, वो की कहते हैं कि रोबोटिक मिल्किंग इज़ लाइकली टू इन्फ्लुएंस द जेनेटिक ऑफ डेयरी हर्ड्स। कि डेयरी हर्ड्स मतलब जो काउज एंड बफलोज डेयरी फार्म में रखिया जांदियां ने उन्हां दे जेनेटिक्स नूं इन्फ्लुएंस करोगी रोबोट मिल्किंग, क्योंकि फार्मर्स है रोबोट फ्रेंडली काउज नूं चूज़ करना पसंद करनगे जो रोबोट्स के नाल हैंडल हो सकन। इदा करके एनीमल्स के जीन्स विच चेंज आऊगा। तो सैकेंडली सिमिलरली ही सेज कि एग्रीपोड्स है वो इन्फ्लुएंस करेंगे फ्रूट और वैजीटेबल की स्पीसीज़ नूं कि एवें दे फ्रूट एंड वैजीटेबल उगाए जाएंगे जिन्होंने रोबोट्स ईजिली पहचान सकन, वीड तो उन्होंने डिफरेंशिएट कर सकन। सो जो लुइस हॉलोए स्टेटमेंट देंगे है वो ए है। नैक्सट लास्ट 26 आंसर है डी, एज फार्मिंग बिकम्स मोर ऑटोमेटेड द अपीयरेंस ऑफ फार्मलैंड विल चेंज। कि जिमें ज़्यादा मशीनरी यूज़ की जाऊगी फार्म विच तो फार्मलैंड की अपीयरेंस चेंज हो जाऊगी। लास्ट पैराग्राफ की लास्ट लाइन विच सैला सुकैरी की गल की गई है, वो एक रोबोटिक रिसर्चर ने उन्होंने कहा है कि रोबोट जो एग्रीकल्चर विच वर्क करनगे तो फील्ड की है स्मॉल हो जाएगी तो क्रॉप्स है वो क्रेट्स विच प्रिपेयर की जाएगियाँ, प्लांट की जाएगियाँ, ना कि रो विच। तो फ्रूट ट्रीज है जोड़े वो डायमेंशनल 2 डायमेंशनल शेप्स विच प्लांट किए जाएंगे ताकि हारवेस्टिंग ईजी हो सके। मतलब साला कहते हैं कि फार्मलैंड की अपीयरेंस चेंज हो जाएगी। ओके, थैंक यू स्टूडेंट्स। इफ यू हैव एनी प्रॉब्लम देन यू कैन कमेंट डाउन and suggest me next passage which I can prepare for you and explain with locations. Thank you.